अच्छा बेटा साडा नैक्सट चैप्टर है पीरियोडिक टेबल। ਇਹਦੇ ਵਿੱਚ ਸਭ ਤੋਂ ਪਹਿਲਾਂ ਹੀ ਕਰਨੀ ਹੈ ਇਹਦੀ ਇੰਟਰੋਡਕਸ਼ਨ। ਇਸ ਚੈਪਟਰ ਦੇ ਵਿੱਚ ਬੇਸਿਕਲੀ ਅਸੀਂ ਪੜ੍ਹਨੇ ਆ ਕਿ ਅਸੀਂ ਐਲੀਮੈਂਟਸ ਨੂੰ ਕਲਾਸੀਫਾਈ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਕਲਾਸੀਫਿਕੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਚੀਜ਼ਾਂ ਦੀ ਪ੍ਰੋਪਰਟੀ ਆਪਸ 'ਚ ਮਿਲਦੀ ਹੈ ਉਹਨਾਂ ਨੂੰ ਇੱਕ ਸਾਈਡ 'ਤੇ ਅਸੀਂ ਰੱਖੀਏ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਕਰਿਆਨੇ ਦੇ ਸਟੋਰ 'ਤੇ ਜਾਂਦੇ ਹੋ, ਤੁਸੀਂ ਦਿਖਦੇ ਹੋ ਕਿ ਉੱਥੇ ਕਾफ़ी ज़्यादा ਸ਼ੈਲਫਸ ਬਣੀ ਦੀਆਂ ਹੁੰਦੀਆਂ। ਠੀਕ ਹੈ, ਕਰਿਆਨੇ ਦੇ ਸਟੋਰ 'ਤੇ ਕਾफ़ी ज़्यादा ਸ਼ੈਲਫਸ ਬਣੀ ਦੀਆਂ ਹੁੰਦੀਆਂ। ਹੁਣ ਹਰ ਇੱਕ ਸ਼ੈਲਫ ਦੇ ਵਿੱਚ ਉਹਨਾਂ ਨੇ ਚੀਜ਼ਾਂ ਨੂੰ ਕਲਾਸੀਫਾਈ ਕੀਤੇ ਦਾ ਹੈ। ਜਿੱਦਾਂ ਇੱਕ ਸ਼ੈਲਫ ਦੇ ਵਿੱਚ ਉਹਨਾਂ ਨੇ ਸੋਲਟ ਰੱਖੇ ਦੇ ਆ, ਸਾਰੇ ਨਮਕ ਰੱਖੇ ਦੇ ਆ। ਇੱਕ ਸ਼ੈਲਫ ਦੇ ਵਿੱਚ ਉਹਨਾਂ ਨੇ ਸਾਰੇ ਬਾਥਿੰਗ ਸੋਪਸ ਰੱਖੇ ਦੇ ਆ। ਇੱਕ ਸ਼ੈਲਫ ਦੇ ਵਿੱਚ ਉਹਨਾਂ ਨੇ ਕੱਪੜੇ ਧੋਣ ਵਾਲਾ ਸਾਬਣ ਰੱਖੇ ਦਾ, ਜਿੱਦਾਂ ਰਿਨ ਵਗੈਰਾ ਹੋ ਗਿਆ। ਇੱਕ ਸ਼ੈਲਫ ਦੇ ਵਿੱਚ ਉਹਨਾਂ ਨੇ ਭਾਂਡੇ ਮਾਂਜਣ ਵਾਲਾ ਸਾਬਣ ਰੱਖੇ ਦਾ। ਇੱਕ ਸ਼ੈਲਫ ਦੇ ਵਿੱਚ ਉਹਨਾਂ ਨੇ ਸਾਰੇ ਬਦਾਮ ਰੱਖੇ ਦੇ ਆ। ਉਸੇ ਤਰੀਕੇ ਨਾਲ ਉਹ ਕਰਿਆਨੇ ਵਾਲੇ ਦੁਕਾਨਦਾਰ ਨੇ ਕੀ ਕੀਤਾ ਦਾ ਕਿ ਜਿੰਨੇ ਵੀ ਚੀਜ਼ਾਂ ਉਹਦੀ ਦੁਕਾਨ 'ਤੇ ਹੈ ਉਹਨਾਂ ਨੂੰ ਉਹਨੇ ਕਲਾਸੀਫਾਈ ਕੀਤਾ। ਕਲਾਸੀਫਿਕੇਸ਼ਨ ਕਰਨ ਦਾ ਮਤਲਬ ਇਹ ਹੈ ਕਿ ਚੀਜ਼ਾਂ ਨੂੰ ਲੱਭਣਾ ਈਜ਼ੀ ਹੋ ਜਾਏਗਾ। ਅਗਰ ਮੰਨ ਲਓ ਕੋਈ ਸੋਲਟ ਮੰਗਦਾ ਹੈ ਅਤੇ ਉਹ ਸੋਲਟ ਫਟਾਫਟ ਕੱਢ ਕੇ ਦੇ ਸਕਦਾ, ਕਿਉਂਕਿ ਉਹਨੇ ਸਾਰੇ ਸੋਲਟ ਨੂੰ ਇੱਕ ਜਗ੍ਹਾ 'ਤੇ ਰੱਖੇ ਦਾ, ਕਲਾਸੀਫਾਈ ਕੀਤੇ ਦਾ। ਠੀਕ ਹੈ ਜੀ, ਅਤੇ ਇਹੀ ਕਲਾਸੀਫਿਕੇਸ਼ਨ ਦਾ ਮੇਨ ਮਤਲਬ ਹੈ ਕਿ ਜਿਹੜੇ ਐਲੀਮੈਂਟਸ ਦੀ ਪ੍ਰੋਪਰਟੀਜ਼ ਆਪਸ 'ਚ ਮੈਚ ਕਰਦੀਆਂ ਹੀ ਉਹਨਾਂ ਨੂੰ ਇੱਕ ਜਗ੍ਹਾ 'ਤੇ ਰੱਖਿਆ ਹੀ। ਦੈਟ ਇਜ਼ ਦਾ ਮੀਨਿੰਗ ਆਫ ਕਲਾਸੀਫਿਕੇਸ਼ਨ। ਹੁਣ 18th ਸੈਂਚੁਰੀ ਦੇ ਵਿੱਚ ਕਾफ़ੀ ਘੱਟ ਐਲੀਮੈਂਟਸ ਡਿਸਕਵਰ ਹੋਏ ਹੀ, ਬਟ 19th ਸੈਂਚੁਰੀ ਦੇ ਵਿੱਚ ਕਾफ़ੀ ज़्यादा ਐਲੀਮੈਂਟਸ ਡਿਸਕਵਰ ਹੋਏ। ਠੀਕ ਹੈ, ਅਤੇ ਮੈਕਸੀਮਮ ਐਲੀਮੈਂਟਸ ਜਿਹੜੇ ਆ 19th ਸੈਂਚੁਰੀ ਦੇ ਵਿੱਚ ਡਿਸਕਵਰ ਹੋ ਗਏ। ਅਤੇ ਜਦੋਂ ਐਲੀਮੈਂਟ ਡਿਸਕਵਰ ਹੋਏ ਅਤੇ ਹਰ ਇੱਕ ਐਲੀਮੈਂਟ ਦੀ ਪ੍ਰੋਪਰਟੀਜ਼ ਅਤੇ ਉਹਨਾਂ ਦੇ ਕੰਪਾਊਂਡਸ ਨੂੰ ਸਟੱਡੀ ਕੀਤਾ ਗਿਆ। ਠੀਕ ਹੈ ਜੀ, ਹੁਣ ਤੱਕ ਇਨ ਦਾ 20th ਸੈਂਚੁਰੀ ਹੁਣ ਤੱਕ ਅਸੀਂ ਐਲੀਮੈਂਟਸ ਜਿਹੜੇ ਆ ਡਿਸਕਵਰ ਕਰਨੇ ਪਏ ਆ ਅਤੇ ਉਹਨਾਂ ਦੀ ਕੰਪਲੀਟ ਸਟੱਡੀ ਕਰਨੀ ਪਈ ਆ। ਇੱਥੋਂ ਤੱਕ ਸਮਝ ਲੱਗ ਗਿਆ। ਇਹਦੇ ਵਿੱਚ ਸਭ ਤੋਂ ਪਹਿਲਾਂ ਟੌਪਿਕ ਹੈ ਰੀਜ਼ਨਸ ਫॉर द ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਕਿਆ ਰੀਜ਼ਨਸ ਹੈ ਕਿ ਅਸੀਂ ਐਲੀਮੈਂਟਸ ਨੂੰ ਕਲਾਸੀਫਾਈ ਕਰਨੇ ਆ, ਕਿ ਅਸੀਂ ਐਲੀਮੈਂਟਸ ਨੂੰ ਕਲਾਸੀਫਾਈ ਕਿਉਂ ਕਰਨੇ ਆ। ਇਹਦਾ ਸਭ ਤੋਂ ਪਹਿਲਾ ਰੀਜ਼ਨ ਹੈਗਾ ਕਿ ਇਹਦੇ ਨਾਲ ਅਗਰ ਅਸੀਂ ਐਲੀਮੈਂਟਸ ਨੂੰ ਕਲਾਸੀਫਾਈ ਕਰਾਂਗੇ ਅਤੇ ਐਲੀਮੈਂਟਸ ਇੱਕ ਔਰਗਨਾਈਜ਼ਡ ਮੈਨਰ 'ਚ ਰਹਿਣਗੇ ਜਾਂ ਇੱਕ ਸਿਸਟਮ 'ਚ ਰਹਿਣਗੇ, ਇੱਕ ਪ੍ਰੋਪਰ ਔਰਗਨਾਈਜ਼ਡ ਵੇ 'ਚ ਰਹਿਣਗੇ, ਜਿਸ ਕਰਕੇ ਉਹਨਾਂ ਦੀ ਸਟੱਡੀ ਕਰਨਾ ਕਾफ़ੀ ਈਜ਼ੀ ਹੋ ਜਾਏਗਾ। ਸੈਕਿੰਡ ਵਨ ਕਲਾਸੀਫਿਕੇਸ਼ਨ ਕਰਨ ਨਾਲ ਕੀ ਹੋਏਗਾ, ਜਿੰਨੇ ਵੀ ਐਲੀਮੈਂਟਸ ਹੈਗੇ ਹੈ, ਠੀਕ ਹੈ, ਜਿੰਨੇ ਵੀ ਐਲੀਮੈਂਟਸ ਹੈਗੇ ਹੈ ਉਹਨਾਂ ਦੀ ਅਸੀਂ ਪ੍ਰੋਪਰਟੀ ਸਟੱਡੀ ਕਰਨੇ ਆ। ਅਤੇ ਪ੍ਰੋਪਰਟੀਜ਼ ਜਿਹੜੀਆਂ ਐਲੀਮੈਂਟਸ ਦੀ ਪ੍ਰੋਪਰਟੀਜ਼ ਹੈਗੀਆਂ ਉਹਨਾਂ ਨੂੰ ਅਸੀਂ ਕੋਰਿਲੇਟ ਕਰ ਸਕਦੇ ਹਾਂ ਵਿਦ ਦ ਫੰਡਾਮੈਂਟਲ ਪ੍ਰੋਪਰਟੀਜ਼ ਆਫ ਮੈਟਰ। ਮਤਲਬ ਜਿੰਨੇ ਵੀ ਐਲੀਮੈਂਟਸ ਅਸੀਂ ਡਿਸਕਵਰ ਕਰਨੇ ਆ ਉਹਨਾਂ ਦੀ ਅਸੀਂ ਪ੍ਰੋਪਰਟੀਜ਼ ਫਾਈਂਡ ਆਊਟ ਕਰਨੇ ਆ। ਉਹ ਪ੍ਰੋਪਰਟੀਜ਼ ਨੂੰ ਅਸੀਂ ਫੰਡਾਮੈਂਟਲ ਪ੍ਰੋਪਰਟੀਜ਼ ਦੇ ਨਾਲ ਕੋਰਿਲੇਟ ਕਰ ਸਕਦੇ ਹਾਂ। ਦੈਟ ਇਜ਼ ਦ ਸਿਗਨੀਫਿਕੈਂਸ ਆਫ ਕਲਾਸੀਫਿਕੇਸ਼ਨ। ਥਰਡ ਵਨ, ਕਲਾਸੀਫਿਕੇਸ਼ਨ ਸਾਨੂੰ ਇੱਕ ਐਲੀਮੈਂਟ ਦਾ ਦੂਸਰੇ ਐਲੀਮੈਂਟ ਨਾਲ ਰਿਲੇਸ਼ਨਸ਼ਿਪ ਦੱਸਦਾ ਹੈ ਕਿ ਇੱਕ ਐਲੀਮੈਂਟ ਦਾ ਦੂਸਰੇ ਐਲੀਮੈਂਟ ਨਾਲ ਰਿਲੇਸ਼ਨਸ਼ਿਪ ਕੀ ਹੈ। ਰਿਲੇਸ਼ਨਸ਼ਿਪ ਦਾ ਮਤਲਬ ਹੈ ਕਿ ਇੱਕ ਐਲੀਮੈਂਟ ਦੂਸਰੇ ਐਲੀਮੈਂਟ ਨਾਲ ਆਪਣੀ ਪ੍ਰੋਪਰਟੀਜ਼ ਮੈਚ ਕਰਵਾਉਂਦਾ ਹੈ ਜਾਂ ਨਹੀਂ। ਦੈਟ ਇਜ਼ ਦ ਰੀਜ਼ਨਸ ਫॉर द ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਸਟਾਰਟਿੰਗ ਦੇ ਵਿੱਚ ਜਿਹੜੇ ਸਾਇੰਟਿਸਟ ਸੀ ਉਹਨਾਂ ਨੇ ਐਲੀਮੈਂਟਸ ਨੂੰ ਕਲਾਸੀਫਾਈ ਕੀਤਾ ਔਨ ਦ ਬੇਸਿਸ ਆਫ ਡਕਟਿਲਿਟੀ, ਮੈਲੇਬਿਲਿਟੀ, ਡੈਂਸਿਟੀ। ਇਹਦੇ ਇਲਾਵਾ ਉਹਨਾਂ ਨੇ ਐਲੀਮੈਂਟਸ ਨੂੰ ਕਲਾਸੀਫਾਈ ਕੀਤਾ ਔਨ ਦ ਬੇਸਿਸ ਆਫ ਮੈਟਲਸ ਔਰ ਨੋਨ ਮੈਟਲਸ। ਬਟ ਇਹ ਸਾਰੀ ਚੀਜ਼ਾਂ ਐਲੀਮੈਂਟਸ ਨੂੰ ਪ੍ਰੋਪਰਲੀ ਕਲਾਸੀਫਾਈ ਨਹੀਂ ਕਰ ਪਾਈਆਂ। ਉਹਦਾ ਕੁਛ ਰੀਜ਼ਨ ਸੀ। ਸਭ ਤੋਂ ਪਹਿਲਾ ਰੀਜ਼ਨ, ਕਿਸੇ ਵੇਲੇ ਕੀ ਹੋ ਜਾਂਦਾ ਸੀ ਕਿ ਇੱਕ ਪਰਟੀਕੂਲਰ ਗਰੁੱਪ ਦੇ ਵਿੱਚ ਕਾफ़ੀ ज़्यादा ਐਲੀਮੈਂਟਸ ਫਾਲ ਕਰ ਜਾਂਦੇ ਸੀ। ਮਤਲਬ ਇੱਕ ਪਰਟੀਕੂਲਰ ਗਰੁੱਪ 'ਚ ਕਾफ़ੀ ज़्यादा ਐਲੀਮੈਂਟਸ ਪ੍ਰੈਜੈਂਟ ਹੋ ਜਾਂਦੇ ਸੀ, ਜਿਸ ਕਰਕੇ ਉਹਨਾਂ ਨੂੰ ਸਮਝਣਾ, ਉਹਨਾਂ ਦੀ ਪ੍ਰੋਪਰਟੀਜ਼ ਨੂੰ ਯਾਦ ਕਰਨਾ ਕਾफ़ੀ ਮੁਸ਼ਕਿਲ ਹੋ ਜਾਂਦਾ ਸੀ। ਇਸ ਕਰਕੇ
इस बेसिस ते अही एलीमेंट्स नू क्लासीफाई नहीं किया। द सैकेंड रीज़न इज़ डिफरेंट कंडीशनस च कुछ करैक्टरिस्टिक जिहड़े ही वो परफॉर्म नहीं होंदे ही। डिफरेंट कंडीशनस का मतलब है जिद्दां किसी वेले टैंपरेचर प्रैशर या होर भी जिहड़ी कंडीशनस हैगियां उन्हां कंडीशनस च कुछ एलीमेंट के करैक्टरिस्टिक परफॉर्म नहीं होंदे या शो नहीं होंदे ही। तीसरा रीज़न कुछ एलीमेंट्स मटैलिक करैक्टर शो करते ही, कुछ नॉन मटैलिक करैक्टर शो करते ही। इस करके एलीमेंट्स नू अही इस सारे बेसिस ते क्लासीफाई नहीं किया। ठीक है। उस तो बाद एक साइंटिस्ट ही विलियम प्रोस्ट, उन्हें कहा कि अगर अही एलीमेंट्स नू क्लासीफाई करना है दैन एटॉमिक मास इज़ द बेस्ट रैफरेंस। उन्हें कहा अगर अही एलीमेंट्स नू क्लासीफाई करना है तो अही एटॉमिक मास बेस लैके कर सकते हैं। तो हुण जदों उन्हें एटॉमिक मास फाइंड आउट किया कि एटॉमिक मास इज़ द बेस फॉर द क्लासीफिकेशन ऑफ एलीमेंट्स, तो उस तो बाद जिहड़े बाकी साइंटिस्ट आए उन्होंने भी यही बेस चुनिया। जिद्दां सब तो पहला साइंटिस्ट जिन्हें एलीमेंट्स की क्लासीफिकेशन की ही वही डॉबर्नियर, जिन्हों असीं नाम दिंदे डॉबर्नियर ट्राइड्स। डॉबर्नियर साइंटिस्ट ने की किया, डॉबर्नियर के टाइम ते 18 to 30 एलीमेंट्स प्रेजेंट ही। उन्हें की किया सारे एलीमेंट्स ले, ठीक है, तो वो सारे एलीमेंट्स नू अरेंज किया अकॉर्डिंग टू द इनक्रीजड एटॉमिक मास। मतलब जिहदा एटॉमिक मास घट ही वो पहला तो जिहदा एटॉमिक मास ज़्यादा ही वो बाद चों। इस तरीके नाल उन्हें एलीमेंट्स अरेंज किए तो उन्हें देखा हर एक ग्रुप दे विच 3 एलीमेंट्स आते पे है। जिद्दां एक ग्रुप है हर एक ग्रुप दे विच 3 एलीमेंट्स आते पे है, क्योंकि एक ग्रुप च 3 एलीमेंट्स आते हैं इस करके इन्हों उन्हें नाम दे दिता ट्राइड। ट्राइड इज़ अ ग्रुप विच कंसिस्ट ऑफ 3 एलीमेंट्स। हुण उन्हें ये दिखना ही कि वो जिहड़ी थ्योरी ही वो सही ही या गलत, मतलब उन्हें जिहड़ा अरेंजमेंट किया ही क्या वो सही ही या गलत। ये लिए उन्हें एक थ्योरी कड्डी। उन्हें कहा कि अगर अही किसी ग्रुप दे हुण ग्रुप च किन्ने एलीमेंट्स होंदे आ 3। उन्हें कहा कि अगर अही किसी ग्रुप के फर्स्ट ते थर्ड एलीमेंट का मीन कड्ढीए, ठीक है, तो मीन कढ़ के अगर वह आंसर मिडल के बराबर आ जाए, अगर अही फर्स्ट ते थर्ड एलीमेंट का किसी भी ग्रुप के फर्स्ट ते थर्ड एलीमेंट का मीन कड्ढीए तो अगर वह आंसर मिडल वाले के बराबर आ जाए इट मीनस वह जो ट्राइड बनया ही वो सही ही। तो अगर वो मिडल के बराबर ना आए इट मीनस वह जो ट्राइड बनया ही वो गलत ही। हुण मैं कुछ एग्जाम्पल्स दसन लगा जिहड़े सानू ये प्रूव करते ही कि उन्हें जिहड़े एलीमेंट्स अरेंज किए ही ग्रुप के विच वो की सोच के किए ही। जिद्दां पहली एग्जाम्पल है उहदे विच एलीमेंट्स आते हैं कैल्शियम, स्ट्रोंशियम ते बेरियम। उन्हें एक ग्रुप दे विच ये तीनों एलीमेंट्स रखे, ठीक है, वो इस करके रखे क्योंकि ये सारे मैटल्स ही। दूसरा रीज़न इन्हां दी वैलेंसी 2 ही। तीसरा रीज़न हर एक ऑक्साइड बनांदा ही। तीसरा रीज़न हर एक ऑक्साइड बनांदा ही विच इज़ बेसिक इन नेचर। इट मीनस ये जिहड़े 3 एलीमेंट्स है इन्हां दी प्रॉपर्टीज़ आपस में मैच करती ही, इस करके उन्हें एक ग्रुप च 3 एलीमेंट्स ले ही। हुण उन्हें ये प्रूव करना ही कि उसकी थ्योरी सही ही या गलत ही। उहदे लई कैल्शियम का मास 40, बेरियम का मास 137 तो स्ट्रोंशियम का मास 88। उन्हें की किया फर्स्ट एलीमेंट तो थर्ड एलीमेंट का सम लिया, ठीक है, वह मीन कढ़िया दैट इज़ 88.5। यदा जिहड़ा आंसर आया वो मिडल वाले दे नियरली इक्वल ही। इट मीनस वह जिहड़ा ग्रुप बनया ही वो बिल्कुल सही ही, ठीक है। दूसरी एग्जाम्पल यदी दैट इज़ क्लोरीन, ब्रोमीन एंड आयोडीन। क्लोरीन, ब्रोमीन ते आयोडीन ये तीनों एक ट्राइड के विच ही। दीज आल्सो फॉर्मिंग अ ग्रुप विच इज़ नोन एज अ ट्राइड, ठीक है। उन्हें तीनों एलीमेंट्स क्यों ले, क्योंकि ये सारे नॉन मैटल सी, ठीक है। ये वाटर नाल रिएक्ट करके एसिड बनाते ही
ਤੇ ਤੀਸਰਾ ਮੇਨ ਕਾਰਨ ਇਹਨਾਂ ਦੀ ਵੈਲੈਂਸੀ 1 ਹੀ। ਹੁਣ ਉਹਨੇ ਇਹ ਦਿਖਣਾ ਸੀ ਕਿ ਇਹ ਜਿਹੜਾ ਟਰਾਇਡ ਬਣਿਆ ਉਹ ਸਹੀ ਹੀ ਜਾਂ ਗਲਤ ਹੀ। ਉਹਦੇ ਲਈ ਉਹਨੇ ਕੀ ਕੀਤਾ, ਉਹਨੇ ਫਸਟ ਐਲੀਮੈਂਟ ਤੇ ਥਰਡ ਐਲੀਮੈਂਟ ਦਾ ਮਾਸ ਐਡ ਕੀਤਾ, ਉਹਦਾ ਮੀਨ ਕੱਢਿਆ, ਉਹਦਾ ਜਿਹੜਾ ਮੀਨ ਆਇਆ ਉਹ ਮਿਡਲ ਵਾਲੇ ਦੇ ਬਰਾਬਰ ਹੀ, ਅਪਰੋਕਸੀਮੇਟ ਹੀ ਬਰਾਬਰ ਹੀ। ਇਟ ਮੀਨਸ ਉਹਦਾ ਜਿਹੜਾ ਟਰਾਇਡ ਬਣਿਆ ਸੀ ਉਹ ਬਿਲਕੁਲ ਸਹੀ ਹੀ। ਇਸ ਤਰੀਕੇ ਨਾਲ ਉਹਨੇ ਐਲੀਮੈਂਟਸ ਜਿਹੜੇ ਸੀ ਇੱਕ ਗਰੁੱਪ ਦੇ ਵਿੱਚ ਅਰੇਂਜ ਕੀਤੇ ਸੀ। ਹੁਣ ਕੁਐਸਚਨ ਇਹ ਆਉਂਦਾ ਹੈ ਕਿ ਇਸ ਗਰੁੱਪ ਦੀ, ਇਸ ਡੋਬਨੀਅਰ ਦੀ ਮੇਨ ਲਿਮਿਟੇਸ਼ਨ ਕੀ ਆਈ। ਸਭ ਤੋਂ ਪਹਿਲੀ ਲਿਮਿਟੇਸ਼ਨ, ਕੁਛ ਗਰੁੱਪਸ ਇਹਦੇ ਹਿਸਾਬ ਨਾਲ ਸਹੀ ਅਰੇਂਜ ਨਹੀਂ ਹੋਏ ਸੀ, ਜਿੱਦਾਂ ਨਾਈਟ੍ਰੋਜਨ, ਫਾਸਫੋਰਸ ਤੇ ਆਰਸੈਨਿਕ। ਨਾਈਟ੍ਰੋਜਨ ਦਾ ਐਟੋਮਿਕ ਨੰਬਰ ਹੁੰਦਾ 14, ਫਾਸਫੋਰਸ ਦਾ 31, ਆਰਸੈਨਿਕ ਦਾ 74.9। ਅਗਰ ਅਸੀਂ ਇਹਨਾਂ ਦੋਨਾਂ ਨੂੰ ਐਡ ਕਰੀਏ ਫਸਟ ਤੇ ਥਰਡ ਐਲੀਮੈਂਟ ਨੂੰ, ਦੈਟ ਇਜ਼ 44.5। ਇਟ ਮੀਨਸ ਜਿਹੜਾ ਆਂਸਰ ਆਉਂਦਾ ਹੈ ਉਹ ਮਿਡਲ ਦੇ ਬਰਾਬਰ ਨਹੀਂ ਹੈ। ਇਟ ਮੀਨਸ ਕੁਛ ਐਲੀਮੈਂਟਸ ਇਹੋ ਜਿਹੇ ਅਰੇਂਜ ਹੋਏ ਸੀ ਜਿਹੜੀ ਉਹਦੀ ਥਿਊਰੀ ਦੇ ਹਿਸਾਬ ਨਾਲ ਗਲਤ ਸੀ। ਸੈਕਿੰਡ ਮੇਨ ਲਿਮਿਟੇਸ਼ਨ ਇਹਦੀ ਇਹ ਆਈ ਕਿ ਡੋਬਨੀਅਰ ਦੇ ਟਾਈਮ ਤੇ 18 to 30 ਐਲੀਮੈਂਟਸ ਪ੍ਰੈਜੈਂਟ ਸੀ ਅਤੇ ਉਹਨੇ ਸਾਰੇ ਐਲੀਮੈਂਟਸ ਅਰੇਂਜ ਨਹੀਂ ਕੀਤੇ, ਉਹਨੇ ਕੁਛ 15 ਜਾਂ 18 ਐਲੀਮੈਂਟਸ ਅਰੇਂਜ ਕੀਤੇ। ਬਾਕੀ ਐਲੀਮੈਂਟਸ ਨੂੰ ਉਹ ਆਪਣੇ ਟੇਬਲ ਦੇ ਵਿੱਚ ਅਰੇਂਜ ਨਹੀਂ ਕਰ ਪਾਇਆ। ਇਹੀ ਉਹਦੀ ਮੇਨ ਲਿਮਿਟੇਸ਼ਨ ਆਈ। ਠੀਕ ਹੈ। ਉਹਦੀ ਲਿਮਿਟੇਸ਼ਨ ਤੋਂ ਬਾਅਦ ਜਿਹੜੀ ਸੈਕਿੰਡ ਥਿਊਰੀ ਆਈ ਉਹੀ ਨਿਊਲੈਂਡ ਲਾ ਆਫ ਓਕਟੇਵਸ। ਡੋਬਨੀਅਰ ਤੋਂ ਬਾਅਦ ਜਿਹੜਾ ਸੈਕਿੰਡ ਸਾਇੰਟਿਸਟ ਜਿਹਨੇ ਆਪਣੀ ਥਿਊਰੀ ਦਿੱਤੀ, ਦੈਟ ਇਜ਼ ਦਾ ਨਿਊਲੈਂਡ ਲਾ ਆਫ ਓਕਟੇਵਸ। ਨਿਊਲੈਂਡ ਜਿਹੜਾ ਸਾਇੰਟਿਸਟ ਸੀ ਉਹਦੇ ਟਾਈਮ 'ਤੇ 56 ਐਲੀਮੈਂਟਸ ਪ੍ਰੈਜੈਂਟ ਸੀ। ਉਹਨੇ ਕੀ ਕੀਤਾ, 56 ਐਲੀਮੈਂਟਸ ਨੂੰ ਅਰੇਂਜ ਕੀਤਾ। ਉਹਦਾ ਸਟਾਰਟਿੰਗ ਐਲੀਮੈਂਟ ਹੀ ਹਾਈਡਰੋਜਨ ਅਤੇ ਲਾਸਟ ਐਲੀਮੈਂਟ ਹੀ ਥੋਰੀਅਮ। ਉਹਨੇ ਹਾਈਡਰੋਜਨ ਤੋਂ ਲੈ ਕੇ ਥੋਰੀਅਮ ਤੱਕ ਦੇ ਐਲੀਮੈਂਟਸ ਨੂੰ ਅਰੇਂਜ ਕੀਤਾ ਅਕੋਰਡਿੰਗ ਟੂ ਦਾ ਇਨਕਰੀਜ਼ਡ ਐਟੋਮਿਕ ਮਾਸ। ਮਤਲਬ ਜਿਹਦਾ ਐਟੋਮਿਕ ਮਾਸ ਘੱਟ ਸੀ ਉਹ ਪਹਿਲਾਂ ਅਰੇਂਜ ਕੀਤਾ ਅਤੇ ਜਿਹਦਾ ਐਟੋਮਿਕ ਮਾਸ ਜ਼ਿਆਦਾ ਸੀ ਉਹ ਬਾਅਦ 'ਚੋਂ ਅਰੇਂਜ ਕੀਤਾ। ਜਿੱਦਾਂ ਤੁਸੀਂ ਇਹਦਾ ਟੇਬਲ ਦੇਖੋ ਤੇ ਸਟਾਰਟਿੰਗ ਐਲੀਮੈਂਟ ਹੀ ਹਾਈਡਰੋਜਨ, ਫਿਰ ਲੀਥੀਅਮ, ਬਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਸੋਡੀਅਮ, ਮੈਗਨੀਸ਼ੀਅਮ। ਇਸ ਤਰੀਕੇ ਨਾਲ ਉਹਨੇ ਲੋ ਐਟੋਮਿਕ ਮਾਸ ਤੋਂ ਹਾਈ ਐਟੋਮਿਕ ਮਾਸ ਤੱਕ ਐਲੀਮੈਂਟਸ ਅਰੇਂਜ ਕੀਤੇ। ਉਹਨੇ ਜਦੋਂ ਐਲੀਮੈਂਟਸ ਅਰੇਂਜ ਕੀਤੇ ਤੇ ਉਹਨੇ ਦੇਖਿਆ ਕਿ 7 ਗਰੁੱਪਸ ਬਣਦੇ ਪਏ ਆ। ਠੀਕ ਹੈ, 7 ਗਰੁੱਪਸ ਬਣਦੇ ਪਏ ਆ, ਸੌਰੀ 8 ਗਰੁੱਪਸ ਬਣਦੇ ਪਏ ਆ। ਉਹਨੇ ਦੇਖਿਆ ਕਿ 8 ਗਰੁੱਪਸ ਬਣਦੇ ਪਏ ਆ, ਸੌਰੀ ਉਹਨੇ ਦੇਖਿਆ ਕਿ 7 ਗਰੁੱਪਸ ਬਣਦੇ ਪਏ ਆ। ਜਿੱਦਾਂ ਫਸਟ ਗਰੁੱਪ 'ਚ ਪਹਿਲਾ ਐਲੀਮੈਂਟ ਹਾਈਡਰੋਜਨ, ਫਿਰ ਲੀਥੀਅਮ, ਬਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਿਰ ਆਉਂਦਾ ਫਲੋਰੀਨ, ਫਿਰ ਸੋਡੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕॉन, फास्फोरस, सल्फर, क्लोरीन, पोटेशियम, कैल्शियम, क्रोमियम, टाइटेनियम। इस तरीके नाल उन्हें एलीमेंट्स अरेंज किए। हुण उहदी थ्योरी नूं असीं ओकटेव्स क्यों कहने आ। ओकटेव्स का मतलब हुंदा है 8। उन्हें अपनी थ्योरी नूं रिलेट किया म्यूजिकल नोट्स के नाल। म्यूजिकल नोट्स तुहानूं पता किहड़े हुंदे आ। इट इज़ सा रे गा मा पा दा नी सा। दीज आर द म्यूजिकल नोट्स। तो उन्हें अपनी थ्योरी नूं म्यूजिकल नोट्स के नाल कंपेयर किया। उन्हें कहा कि जिद्दां म्यूजिकल नोट्स च फस्ट जिहड़ा म्यूजिकल नोट है वो 8th म्यूजिकल नोट नाल रिलेट करता है। मतलब फस्ट म्यूजिकल नोट तो 8th म्यूजिकल नोट सिमिलर है। सेम उसी तरीके नाल जिहड़ा फस्ट एलीमेंट होएगा किसी भी ग्रुप का उहदे 8th एलीमेंट नाल प्रॉपर्टी मैच करेगी। मतलब उन्हें कहा कि हर फस्ट एलीमेंट की प्रॉपर्टी उहदे 8th एलीमेंट नूं मैच करेगी। जिद्दां अगर असीं लीथीअम नूं फस्ट मनने आ, फस्ट सैकेंड थर्ड फोर्थ फिफ्थ सिक्स सैवनथ 8th, उहदा 8th एलीमेंट किहड़ा सोडियम। उन्हें कहा कि लीथीअम की सोडियम नाल प्रॉपर्टी मैच करेगी। अगर असीं सोडियम नूं 1 मनने आ, 1 2 3 4 5 6 7 8 तो ये 8th एलीमेंट है पोटैशियम। तो उन्हें कहा कि हर फस्ट एलीमेंट की प्रॉपर्टी उहदे 8th एलीमेंट नूं मैच करेगी। दैट इज़ द न्यूलैंड लॉ ऑफ ऑक्टेव्स। यदि कुछ मैरिट सी, मैरिट का मतलब है यदि एडवांटेजिज सी। सब तो पहली
ਇਹਨੇ ਲਾਈਟਰ ਐਲੀਮੈਂਟਸ ਦੇ ਉੱਤੇ ਸਟੱਡੀ ਕੀਤੀ ਸੀ। ਜਿਹੜੇ ਐਲੀਮੈਂਟ ਲਾਈਟਰ ਹੁੰਦੇ ਆ ਉਹਨਾਂ ਦੇ ਉੱਤੇ ਇਹਨੇ ਸਟੱਡੀ ਕੀਤੀ। ਸੈਕਿੰਡ ਵਨ, ਇਹਨੇ ਐਟੋਮਿਕ ਮਾਸ ਨੂੰ ਲੈ ਕੇ ਆਪਣੀ ਥਿਊਰੀ ਦਿੱਤੀ ਸੀ। ਥਰਡ ਵਨ, ਪਹਿਲੀ ਵਾਰੀ ਕਿਸੇ ਸਾਇੰਟਿਸਟ ਨੇ ਐਲੀਮੈਂਟਸ ਦੀ ਪ੍ਰੋਪਰਟੀ ਨੂੰ ਐਕਸਪਲੇਨ ਕੀਤਾ ਸੀ ਜਾਂ ਐਲੀਮੈਂਟ ਦੀ ਪ੍ਰੋਪਰਟੀ ਨੂੰ ਪ੍ਰੋਪਰ ਤਰੀਕੇ ਨਾਲ ਕਲਾਸੀਫਾਈ ਕੀਤਾ ਸੀ। ਇਸੇ ਕਰਕੇ ਨਿਊਲੈਂਡ ਸਾਇੰਟਿਸਟ ਨੂੰ 1887 ਦੇ ਵਿੱਚ ਮੈਡਲ ਮਿਲਿਆ ਸੀ, ਦੈਟ ਇਜ਼ ਡੇਵੀ ਮੈਡਲ। ਠੀਕ ਹੈ, ਹੁਣ ਮੇਨ ਗੱਲ ਆਉਂਦੀ ਹੈ ਕਿ ਵਾਟ ਆਰ ਦ ਲਿਮਿਟੇਸ਼ਨਸ ਆਫ ਨਿਊਲੈਂਡ ਲਾ ਆਫ ਓਕਟੇਵਸ। ਨਿਊਲੈਂਡ ਲਾ ਆਫ ਓਕਟੇਵਸ ਦੀ ਲਿਮਿਟੇਸ਼ਨ ਕੀ ਆਈ? ਸਭ ਤੋਂ ਪਹਿਲੀ ਲਿਮਿਟੇਸ਼ਨ, ਉਹਨੇ ਇੱਕ ਜਗ੍ਹਾ ਤੇ ਦੋ ਐਲੀਮੈਂਟਸ ਪਲੇਸ ਕਰਤੇ ਸੀ ਜਿਹੜੇ ਗਲਤ ਸੀ। ਠੀਕ ਹੈ, ਦੈਟ ਇਜ਼ ਦ ਫਸਟ ਲਿਮਿਟੇਸ਼ਨ। ਸੈਕਿੰਡ ਲਿਮਿਟੇਸ਼ਨ, ਕੈਲਸ਼ੀਅਮ ਤੋਂ ਬਾਅਦ ਉਹਨੇ ਜਿੰਨੇ ਵੀ ਐਲੀਮੈਂਟਸ ਅਰੇਂਜ ਕੀਤੇ ਉਹ ਸਾਰੇ ਦੇ ਸਾਰੇ ਗਲਤ ਸੀ। ਮਤਲਬ ਅਗਰ ਅਸੀਂ ਗੱਲ ਕਰੀਏ ਐਲੂਮੀਨੀਅਮ ਅਗਰ ਫਸਟ ਐਲੀਮੈਂਟ ਹੈ ਤੇ ਉਹਦਾ 8th ਐਲੀਮੈਂਟ ਹੋਏਗਾ ਕ੍ਰੋਮੀਅਮ। ਐਲੂਮੀਨੀਅਮ ਤੇ ਕ੍ਰੋਮੀਅਮ ਦੀ ਪ੍ਰੋਪਰਟੀ ਆਪਸ 'ਚ ਮੈਚ ਨਹੀਂ ਕਰਦੀ। ਮਤਲਬ ਕੈਲਸ਼ੀਅਮ ਤੋਂ ਬਾਅਦ ਜਿੰਨੇ ਵੀ ਐਲੀਮੈਂਟਸ ਪ੍ਰੈਜੈਂਟ ਸੀ ਉਹਨਾਂ ਦੀ ਪ੍ਰੋਪਰਟੀ ਉਹਦੇ 8th ਐਲੀਮੈਂਟ ਨੂੰ ਮੈਚ ਨਹੀਂ ਕਰਦੀ। ਤੀਸਰੀ ਲਿਮਿਟੇਸ਼ਨ, ਇਸ ਥਿਊਰੀ ਨੇ ਹੈਵੀਅਰ ਐਲੀਮੈਂਟਸ ਦੇ ਉੱਤੇ ਕੋਈ ਰਿਸਰਚ ਨਹੀਂ ਕੀਤੀ। ਇਹਨੇ ਸਿਰਫ ਲਾਈਟਰ ਐਲੀਮੈਂਟਸ ਦੇ ਉੱਤੇ ਰਿਸਰਚ ਕੀਤੀ। ਇਹਨੇ ਕਿਸੇ ਵੀ ਹੈਵੀਅਰ ਐਲੀਮੈਂਟਸ ਦੇ ਉੱਤੇ ਰਿਸਰਚ ਨਹੀਂ ਕੀਤੀ। ਇਹੀ ਇਹਦੀ ਮੇਨ ਲਿਮਿਟੇਸ਼ਨ ਆ ਗਈ। ਕਲੀਅਰ?